ਹੈਲੋ ਸਟੂਡੈਂਟਸ, ਵੈਲਕਮ ਬੈਕ। ਆਪਾਂ ਲਾਸਟ ਪਲੱਸ 2 ਦਾ ਟੌਪਿਕ ਪੜ੍ਹਿਆ ਸੀ ਮੈਟ੍ਰਿਕਸ ਦਾ ਟਰਾਂਸਪੋਜ਼। ਮੈਂ ਤੁਹਾਨੂੰ ਬੋਲਿਆ ਸੀ ਮੈਂ ਡਿਟਰਮੀਨੈਂਟ ਤੋਂ ਅੱਗੇ ਕਰਾਵਾਂਗਾ ਤੁਹਾਨੂੰ, ਪਰ ਬੱਚੇ ਬੋਲਦੇ ਸੀ ਕਾਫੀਆਂ ਦੇ ਵਿੱਚ ਮੈਸੇਜ ਆਏ ਨਹੀਂ ਸਰ ਨਾਲ ਨਾਲ ਇੱਦਾਂ ਹੀ ਕੰਟੀਨਿਊ ਕਰੋ। ਦੂਜੀ ਜਿਹੜੀ YouTube ਤੋਂ ਦੂਜੀਆਂ ਹੁੰਦੀਆਂ ਉਹ ਤੋਂ ਨਹੀਂ ਪਤਾ ਲੱਗਦਾ ਕੁਝ ਬੱਚਿਆਂ ਨੂੰ। ਸਿਮੈਟ੍ਰਿਕ ਐਂਡ ਸਕਿਊ ਸਿਮੈਟ੍ਰਿਕ ਆਪਾਂ ਪੜ੍ਹਿਆ ਸੀ ਟਰਾਂਸਪੋਜ਼ ਕਰਕੇ ਜੇ ਉਹੀ ਮੈਟ੍ਰਿਕਸ ਆ ਜਾਏ ਤੇ ਸਿਮੈਟ੍ਰਿਕ ਹੁੰਦੀ ਹੈ। ਸਿਮੈਟ੍ਰਿਕ A ਟਰਾਂਸਪੋਜ਼ A ਆ ਜੇ, A ਟਰਾਂਸਪੋਜ਼ ਮਾਈਨਸ A ਆ ਜੇ ਤੇ ਸਕਿਊ ਸਿਮੈਟ੍ਰਿਕ ਆਪਾਂ ਪਿਛਲੀ ਵੀਡੀਓ 'ਚ ਪੜ੍ਹਿਆ ਸੀ। मैं तो तुहानू भी दसिया आप अपने वालों भी सिमैट्रिक ते स्क्यू सिमैट्रिक लिख सकते हैं। मैं 2/2 च लिख के दसना जिद्दां आपां जनरल मैट्रिक्स की गल करिए ਇਹ ਕਿਹੜੀ ਹੁੰਦੀ A11 ਇਹ ਕਿਹੜੀ ਹੁੰਦੀ A12 ਇਹ ਕਿਹੜੀ ਹੁੰਦੀ A21 ਤੇ ਇਹ ਕਿਹੜੀ ਹੁੰਦੀ A22। ਇਹ ਸਿਮੈਟ੍ਰਿਕ ਮੈਟ੍ਰਿਕਸ ਦੀ ਗੱਲ ਕਰਨੀ ਆਪਾਂ ਪਹਿਲਾਂ ਅਸੀਂ ਆਪਣੇ ਵੱਲੋਂ ਵੀ ਸਿਮੈਟ੍ਰਿਕ ਮੈਟ੍ਰਿਕ ਬਣਾ ਸਕਦੇ ਹਾਂ ਜਾਂ ਬਿਨਾ ਇਹ ਤਰੀਕਾ ਹੁੰਦਾ ਚੈੱਕ ਕਰਨ ਦਾ ਕਿ A ट्रांसपोज A ਦੇ ਇਕੁਅਲ ਆ ਜੇ ਤੇ ਮੈਟ੍ਰਿਕਸ ਨੂੰ ਆਪਾਂ ਕੀ ਬੋਲਦੇ ਆ ਸਿਮੈਟ੍ਰਿਕ। फिर मैं तुहानू भी कही सिमैट्रिक मैट्रिक्स में शायद स्क्वेयर होंगी है, रेक्टेंगल च सिमैट्रिक नहीं बनता स्क्वेयर च ही बननी है। पर आप कई बार की होंगे बिना सॉल्व किए देख के सानू पता लग जाता भी सिमैट्रिक है कि स्क्यू सिमैट्रिक है। ठीक है किदा सिमैट्रिक दे विच की होंदा है ए आमने सामने वाली मतलब आमने सामने इदां नहीं AIJ ते AJI ए दोनों की होंदे इक्वल। ए 2/2 की लिखती है A3/3 A11 A12 A13 जनरल अगर आप गल करिए A21 आप फटाफट करना अगे काफी समझ गए अगे A23 A31 A32 ते A33। सिमैट्रिक मैट्रिक्स किहड़ी हुंदी है जिद्दां अगर आप सिमैट्रिक मैट्रिक्स लिखनी है तुसीं डायगोनल एलिमेंट जिहड़े मर्जी लै लो, डायगोनल एलिमेंट जिहड़े मर्जी लिख लो। पर ਇਹ ਜਿਹੜੇ AIJ ਤੇ AJI ਹੋਣਗੇ ਇਹ ਕੀ ਹੋਣਗੇ ਸੇਮ। ਇਹ ਦੇਖੋ IJ ਤੇ GI ਟਰਾਂਸਪੋਜ਼ ਹੈ ਹੁੰਦਾ ਨਾ ਰੋ ਕਾਲਮ ਤੇ ਰੋ ਕਾਲਮ ਰੋ ਬਣ ਜਾਂਦੀ ਹੈ ਤੇ ਰੋ ਕਾਲਮ। ਮਤਲਬ ਸਿਮੈਟ੍ਰਿਕ ਮੈਟ੍ਰਿਕਸ 3/3 ਤੇ ਲਿਖਣੀ ਹੈ ਤੇ ਇਹ ਡਾਇਗੋਨਲ ਐਲੀਮੈਂਟ ਤੁਸੀਂ ਜਿਹੜੇ ਮਰਜ਼ੀ ਲੈ ਲਿਓ। ਪਰ ਇਹ A12 ਤੇ A21 ਇਹ ਦੋਨੋਂ ਕੀ ਹੋਣੇ ਚਾਹੀਦੇ ਹੈ ਸੇਮ। A13 ਆ ਗਿਆ ਨਾ IJ मतलब A12 है I1J2 ਤੇ ਉਲਟਾ ਕਿੰਨਾ ਹੋ ਗਿਆ 2 1 1 3 ਤੇ 3 1 ਇਹ ਦੋਨੋਂ ਸੇਮ ਹੋਣੇ ਚਾਹੀਦੇ। 2 3 ਤੇ 3 2 ਇਹ ਦੋਨੋਂ ਸੇਮ ਹੋਣੇ ਚਾਹੀਦੇ। ਅਗਰ ਇਹ ਡਾਇਗੋਨਲ ਜਿਹੜੇ ਮਰਜ਼ੀ ਲੈ ਲਿਓ ਅਗਰ ਇਹ ਐਲੀਮੈਂਟ ਸੇਮ ਹੋਣ ਤੇ ਫਿਰ ਆਪਾਂ ਉਹਨੂੰ ਕੀ ਬੋਲ ਦਿੰਦੇ ਆ ਸਕੁਅਰ ਮੈਟ੍ਰਿਕਸ। ਠੀਕ ਹੈ ਉਹਦਾ 2/2 ਚ ਇੱਥੇ ਤੇ ਕੋਈ ਐਲੀਮੈਂਟ ਆਂਦਾ 1 2 ਤੇ 2 1। ਜਿੱਦਾਂ ਮੈਂ ਤੁਹਾਨੂੰ ਕਹਿੰਦਾ ਮੈਟ੍ਰਿਕਸ ਲਿਖੋ ਇਹ ਦੇਖੋ डायगोनल एलिमेंट जेड़े मर्जी लिख लो जो भी तेरा दिल करता है 2 3 -1 जो भी दिल करता है। जेड़ा एलिमेंट इत्थे लिखोगे आ गया ना 1 2 जे इत्थे तुसीं 5 लिखिया इत्थे भी कितना होना चाहिए है 5। जे इत्थे तुसीं लिखता मान लो -2 कुछ भी लिख लो पॉजिटिव नेगेटिव जो भी है ए केड़ा एलिमेंट है 1 3 तो फिर ए भी एलिमेंट की होएगा सेम। अगर ये सेम होंगे फिर ही सिमैट्रिक मैट्रिक्स होएगी अदरवाइज नहीं होएगी। एक तो आप ट्रांसपोज करके देख देंगे ना ਉਹਦੇ ਹੈ ਹੀ ਹੈ ਜੇ ਇਹ ਨਹੀਂ ਯਾਦ ਰੱਖਣਾ ਇਹਨੂੰ ਰਹਿਣ ਦਿਓ ਸਿੱਧਾ ਹੀ ਟਰਾਂਸਪੋਜ਼ ਕਰੋ। ਅਗਰ A ਦੇ ਬਰਾਬਰ ਆ ਜੇ ਤੇ ਸਿਮੈਟ੍ਰਿਕ ਤੇ ਜੇ -A ਦੇ ਇਕੁਅਲ ਆ ਜੇ ਤੇ ਸਕਿਊ ਸਿਮੈਟ੍ਰਿਕ। ਪਰ ਅਗਰ ਤੁਹਾਨੂੰ ਆਪਣੇ ਵੱਲੋਂ ਬਣਾ ਕੋਈ ਕਹੇ ਵੀ ਸਿਮੈਟ੍ਰਿਕ ਮੈਟ੍ਰਿਕਸ ਲਿਖੋ ਆਪਣੇ ਵੱਲੋਂ ਲਿਖੋ ਬਣਾ ਕੇ ਫਿਰ ਤੁਸੀਂ ਇਦਾਂ ਲਿਖ ਸਕਦੇ ਹੋ ਜਾਂ ਕੋਈ ਮੈਟ੍ਰਿਕਸ ਦਿੱਤੀ ਉਹਨੂੰ ਦੇਖ ਕੇ ਵੀ ਆਪਾਂ ਚੈੱਕ ਕਰ ਸਕਦੇ ਹਾਂ ਬਿਨਾਂ ਕਨਸੈਪਟ ਲਗਾਏ ਕਿ ਉਹ ਸਿਮੈਟ੍ਰਿਕ ਹੈ ਕਿ ਸਕਿਊ ਸਿਮੈਟ੍ਰਿਕ ਹੈ। ਜਿਹੜਾ ਇੱਥੇ ਹੋਏਗਾ ਜੋ ਵੀ ਐਲੀਮੈਂਟ ਲਿਖਣਾ ਹੈਗਾ ਇਹ ਕਿਹੜਾ ਸੀ 2 3 2 3 ਤੇ 3 2 ਇਹ ਤੇ ਸੇਮ ਹੋਣਗੇ ਇਹ ਤੇ ਸੇਮ ਹੋਣਗੇ ਇਹ ਤੇ ਇਨ ਜਨਰਲ AIJ ਕਿਹਦੇ ਕੋਲ ਹੋਏਗਾ AJI ਦੇ ਤੇ ਫਿਰ ਆਪਾਂ ਨੂੰ ਕੀ ਬੋਲਦੇ ਆ ਸਿਮੈਟ੍ਰਿਕ ਮੈਟ੍ਰਿਕਸ। ਉਦਾਂ ਹੀ ਸਕਿਊ ਸਿਮੈਟ੍ਰਿਕ ਇੱਕ ਤਾਂ ਆਪਾਂ ਇੱਦਾਂ ਚੈੱਕ ਕਰਨੇ ਆ ਵੀ ਟਰਾਂਸਪੋਜ਼ ਕਿਹਦੇ ਕੋਲ ਆ ਜੇ -A ਦੇ ਕੋਲ ਆ ਜੇ ਹੈ ਨਾ। ਦੂਜਾ फिर मैं तुहानू उदों भी कहा ही स्क्यू सिमैट्रिक च डायगोनल एलिमेंट की उच्च सिमैट्रिक च की कहा डायगोनल एलिमेंट जिहड़े मर्जी लै लो पर स्क्यू सिमैट्रिक दे विच डायगोनल एलिमेंट मस्ट बी 0। जे तुहाडे कोल डायगोनल एलिमेंट 0 नहीं गए फिर वो मैट्रिक्स कभी भी स्क्यू सिमैट्रिक नहीं होनी तुहानू देख के पता लग जाना। डायगोनल एलिमेंट ऑफ द स्क्यू सिमैट्रिक मैट्रिक्स मस्ट बी 0। अगर 2/2 की गल करिए 0 0 या आप जनरल गल करिए तो स्क्यू सिमैट्रिक मैट्रिक्स इदां होंदी है A11 A12 A21 A22
है ना। 3/3 च 1 1 1 2 1 3 2 1 2 2 2 3 3 1 3 2 3 3 है ना। ਸਿਮੈਟ੍ਰਿਕ ਦੇ ਵਿੱਚ ਇੱਕੋ ਕੰਡੀਸ਼ਨ ਹੁੰਦੀ AI ਜੇ AJI ਦੇ ਇਕੁਅਲ ਹੁੰਦਾ। ਇਹਦੇ ਵਿੱਚ ਦੋ ਕੰਡੀਸ਼ਨ ਹੈ ਸਕਿਊ ਸਿਮੈਟ੍ਰਿਕ 'ਚ। ਪਹਿਲੀ AIJ is equal to 0 when I is equal to G। ਸਕਿਊ ਸਿਮੈਟ੍ਰਿਕ 'ਚ ਦੋ ਕੰਡੀਸ਼ਨ ਹੁੰਦੀਆਂ। ਇਹ ਡਾਇਗਨਲ ਐਲੀਮੈਂਟ ਹੁੰਦੇ ਆ। देखो I ਤੇ J ਜਦੋਂ ਇਕੁਅਲ ਹੁੰਦਾ ਉਹ ਕੀ ਹੁੰਦੇ ਆ ਡਾਇਗਨਲ ਐਲੀਮੈਂਟ। ਆ ਦੇਖੋ 1 1 I ਤੇ J ਇਕੁਅਲ ਹੈ 2 2 डायगोनल उधर 3/3 1 1 2 2 3 3 मतलब ए लिखता डायगोनल एलिमेंट इक्वल ते दूजी AIJ ਉੱਚ ਕੀ ਹੁੰਦਾ AJI ਦੇ ਇਕੁਅਲ ਹੋਣੀ ਚਾਹੀਦੀ ਹੈ ਨਾ। ਤੇ ਇਹਦੇ ਵਿੱਚ ਕੀ ਹੁੰਦਾ AJI ਕਿਹਦੇ ਇਕੁਅਲ ਹੋਣੀ ਚਾਹੀਦੀ ਹੈ AIJ ਕਿਹਦੇ ਇਕੁਅਲ ਹੋਣਾ -AJI। ਸਿਮੈਟ੍ਰਿਕ ਤੇ ਇੱਕ ਕੰਡੀਸ਼ਨ ਹੁੰਦੀ ਇਹਦੇ ਵਿੱਚ ਦੋ ਹੁੰਦੀਆਂ। ਅਗਰ ਕੋਈ ਮੈਟ੍ਰਿਕਸ ਇਹ ਦੋ ਕੰਡੀਸ਼ਨਾਂ ਫੋਲੋ ਕਰਦੀ ਹੈ ਤੇ ਉਹਨੂੰ ਆਪਾਂ ਕੀ ਕਹਿੰਦੇ ਆ ਸਕਿਊ ਸਿਮੈਟ੍ਰਿਕ ਮੈਟ੍ਰਿਕਸ। ਜਿੱਦਾਂ ਮੈਂ ਤੁਹਾਨੂੰ ਕਹਿੰਦਾ ਸਕਿਊ ਸਿਮੈਟ੍ਰਿਕ ਮੈਟ੍ਰਿਕਸ ਇਕੁਅਲ 3/3 ਚ ਤੁਸੀਂ ਸਭ ਨੂੰ ਪਹਿਲਾਂ ਕੀ ਕਰਨਾ ਹੈ ਡਾਇਗੋਨਲ ਐਲੀਮੈਂਟ ਕੀ ਲਿਖ ਲੈਣੇ ਆ 0 ਹੈ ਉਹੀ ਹੈ। ਆਪਾਂ ਅੱਗੇ ਇੰਟਰਚੇਂਜ ਸਾਹਮਣੇ ਵਾਲੇ ਸੇਮ ਹੁੰਦੇ ਸੀ ਨਾ ਇਹ ਚ ਵੀ ਸੇਮ ਆਣੀ ਹੈ ਇਹ ਚ ਵੀ ਸੇਮ ਹੀ ਆਣੀ ਹੈ ਪਰ ਵਿਦ ਆਪੋਜ਼ਿਟ ਸਾਈਨ। ਸਿਮੈਟ੍ਰਿਕ ਚ ਸੇਮ ਆਉਂਦੇ ਸੀ ਸਕਿਊ ਸਿਮੈਟ੍ਰਿਕ ਚ ਸੇਮ ਹੋਣਗੇ ਪਰ with opposite sign and diagonal element must be 0। ਤੇ ਜੇ ਮੰਨ ਲਓ ਇੱਥੇ 2 ਹੈ ਤੇ ਇੱਥੇ ਕਿੰਨਾ ਹੋਏਗਾ -2 ਤੇ ਜੇ ਤੁਸੀਂ ਇੱਥੇ ਮਾਈਨਸ ਲਿਖਿਆ ਤੇ ਫਿਰ ਇੱਥੇ ਪੋਜ਼ਿਟਿਵ ਜਿਹੜਾ ਮਰਜ਼ੀ ਐਲੀਮੈਂਟ ਲਿਖ ਲਓ ਪਰ with opposite sign। ਇਹ ਕਿਹੜਾ ਸੀ A13 I1J3 ਤੇ ਉਲਟਾ ਕਿੰਨਾ ਹੋ ਗਿਆ 31 ਇਹ 31। ਜੇ ਤੁਸੀਂ ਇੱਥੇ 1 ਪਾਉਂਦੇ ਹੋ ਤੇ ਇੱਥੇ ਕਿੰਨਾ ਹੋਏਗਾ 1। ਜੇ ਇੱਥੇ 3 ਪਤਾ ਹੀ diagonal 0 ਤੇ ਇਹ ਜਿਹੜੇ ਹੋਣਗੇ ਡਾਇਗੋਨਲ 0 ਤੇ ਇਹ ਜਿਹੜੇ ਹੋਣਗੇ ਇਹ ਸੇਮ ਹੋਣਗੇ ਪਰ ਉਹਦਾ ਮੈਗਨੀਟਿਊਡ ਕੀ ਹੋਏਗਾ ਆਪੋਜ਼ਿਟ। ਇਹ ਇੱਕ ਤੁਹਾਨੂੰ ਮੈਂ ਕਿਹਾ ਸੀ ਤੁਹਾਨੂੰ ਦੱਸਾਂਗਾ ਵੀ ਸਿਮੈਟ੍ਰਿਕ ਤੇ ਸਕਿਊ ਸਿਮੈਟ੍ਰਿਕ ਮੈਟ੍ਰਿਕਸ ਨੈਕਸਟ ਪਿਛਲੀ ਲਾਸਟ ਵੀਡੀਓ 'ਚ ਕਿਹਾ ਸੀ ਵੀ ਆਪਾਂ ਡਿਟੇਲ 'ਚ ਪੜਾਂਗੇ ਨੈਕਸਟ ਵੀਡੀਓ 'ਚ ਸਿਮੈਟ੍ਰਿਕ ਤੇ ਸਕਿਊ ਸਿਮੈਟ੍ਰਿਕ। ਇੱਕ ਹੋਰ ਚੀਜ਼ ਆ ਜਾਂਦੀ ਹੈ ਸਿਮੈਟ੍ਰਿਕ ਸਕਿਊ ਸਿਮੈਟ੍ਰਿਕ 'ਚ ਕਈ ਵਾਰੀ ਸਮ ਆ ਜਾਂਦਾ ਹੁੰਦਾ ਕਾਫੀ ਵਾਰੀ। ਉਸ ਤੋਂ ਪਹਿਲਾਂ ਆਪਾਂ ਇੱਕ ਛੋਟਾ ਜਿਹਾ ਬੇਸ ਇਹਦਾ ਕਲੀਅਰ ਕਰ ਲਈਏ। मान लो ਤੁਹਾਨੂੰ A कोई भी मैट्रिक्स देती है 1 2 3 4 ਇਹ ਸਿਮੈਟ੍ਰਿਕ ਨਹੀਂ है ना सिमेट्रिक नहीं ना ही स्क्यू सिमेट्रिक है ना स्क्वायर है। अच्छा ਜਦੋਂ ਵੀ ਆਪਾਂ ਕਿਸੇ ਮੈਟ੍ਰਿਕਸ ਦੇ ਵਿੱਚ ਉਹਦਾ ਟਰਾਂਸਪੋਜ਼ ਐਡ ਕਰ ਦਈਏ ਜਦੋਂ ਵੀ ਕਿਸੇ ਮੈਟ੍ਰਿਕਸ 'ਚ ਉਹਦਾ ਟਰਾਂਸਪੋਜ਼ ਐਡ ਕਰ ਦਈਏ ਇਹਨੂੰ ਕਰੋ ਸੋਲਵ ਇਹ ਵੀ ਕੋਈ ਨਾ ਕੋਈ ਮੈਟ੍ਰਿਕਸ ਹੀ ਬਣੇਗੀ। ਕਰੋ ਉਹਨੂੰ A ਕਿੰਨਾ ਆ ਗਿਆ 1 2 3 4 ਆ ਪਿੱਛੇ ਵੀ ਸਮ ਕੀਤੇ ਸੀ प्लस ਇਹਦਾ ਟਰਾਂਸਪੋਜ਼ ਰੋ ਨੂੰ ਕਾਲਮ ਚ ਇਹਨੂੰ ਕਰੋ ਐਡ 1 + 1 2 ਸਿੱਧਾ ਲਿਖ ਦੇਣਾ ਕਿਉਂਕਿ ਆਪਾਂ ਐਡੀਸ਼ਨ ਦੇ ਸਮ ਕਾਫੀ ਕਰਦੇ ਹੋਣੇ ਹੁਣ 2 ਦੂਜੇ ਤੇ ਦੂਜਾ 5 3 ਤੇ 2 5 4 ਤੇ 4 8 ਆ ਗਿਆ। अच्छा ਇਹ ਤੁਹਾਡੇ ਕੋਲ ਨਾ ਸਿਮੈਟ੍ਰਿਕ ਹੈ ਤੇ ਨਾ ਹੀ ਸਕਿਊ ਸਿਮੈਟ੍ਰਿਕ ਹੈ ਨਾ। पर अगर किसी मैट्रिक्स च ਉਹਦਾ ट्रांसपोज ਆਪਾਂ प्लस कर दिए है ना ਤੇ ਇਹ ਜਿਹੜੀ प्लस करके ਜਿਹੜੀ मैट्रिक्स बनेगी ਇਹ हमेशा की बनेगी सिमेट्रिक मैट्रिक्स। ਇਹ याद रखना ए + A डैश ਇਹ नहीं A वाली नहीं ਕਿਸੇ ਵੀ ਸਕੁਅਰ ਮੈਟ੍ਰਿਕਸ ਦੇ ਵਿੱਚ ਚਾਹੇ 2/2 ਦੀ ਹੈ ਚਾਹੇ 3/3 ਦੀ ਹੈ ਅਗਰ ਉਹਦੇ ਵਿੱਚ ਤੁਹਾਡੇ ਕੋਲ ਦੇਖਣਾ ਉੱਥੇ ਸਟੇਟਮੈਂਟ ਵਾਲੇ ਸਮ ਵੀ ਹੋਣੇ ਆ ਉਹ ਐਜ਼ ਅ ਰਿਜ਼ਲਟ ਯਾਦ ਰੱਖਣਾ ਵੀ ਕਿੱਦਾਂ ਹੈਗਾ ਵੀ ਜਦੋਂ ਵੀ ਆਪਾਂ ਕਿਸੇ ਮੈਟ੍ਰਿਕਸ 'ਚ ਉਹਦਾ ਟਰਾਂਸਪੋਜ਼ ਐਡ ਕਰ ਦਈਏ ਤੇ ਉਹ ਸਾਡੇ ਕੋਲ ਹਮੇਸ਼ਾ ਕੀ ਬਣੇਗੀ ਸਿਮੈਟ੍ਰਿਕ। ਕਰਕੇ ਦੇਖ ਲਓ ਇਹਦਾ ਟਰਾਂਸਪੋਜ਼ ਜਿਹੜੇ ਇਹਦਾ ਟਰਾਂਸਪੋਜ਼ ਕਰੋਗੇ ਤੇ ਇਹਦਾ ਟਰਾਂਸਪੋਜ਼ ਕਰੋਗੇ ਕੀ ਬਣ ਜਾਣਾ ਕਰਕੇ ਦੇਖ ਲਿਓ ਰੋ ਨੂੰ ਕਾਲਮ 'ਚ ਹੈ ਨਾ। ਜਦ ਬਿਨਾਂ ਟਰਾਂਸਪੋਜ਼ ਕੀਤੇ ਦੇਖੋ ਇਹ ਪਰ ਹੈ ਸਿਮੈਟ੍ਰਿਕ ਬਿਲਕੁਲ ਹੈਗੀ ਆ ਦੇਖੋ ਉਹਦਾ ਹੀ 3/3 ਦਾ ਇੱਕ ਸਮ ਕਰ ਲਓ है ना। चलो मैं एक चीज दोनों समझाना सिमेट्रिक है ना सिमेट्रिक मैट्रिक्स 3/3 च भी इदां ही होएगा ਉਹ 'ਚ मैट्रिक्स थोड़ी 3/3 ਦੀ ਆਈ ਹੈ ਚਾਹੇ 2/2 ਦੀ ਹੈ ਚਾਹੇ 3/3 ਦੀ ਹੈ ਜਦੋਂ ਵੀ ਕਿਸੇ ਮੈਟ੍ਰਿਕਸ ਦਾ ਟਰਾਂਸਪੋਜ਼ ਪਲੱਸ ਕਰੋਗੇ ਤੇ ਉਹ ਕੀ ਬਣ ਜਾਂਦੀ ਹੈ ਸਿਮੈਟ੍ਰਿਕ। ਦੂਜਾ ਕਨਸੈਪਟ ਕੀ ਹੈ ਅਗਰ ਕਿਸੇ ਮੈਟ੍ਰਿਕਸ 'ਚ ਉਹਦਾ ਟਰਾਂਸਪੋਜ਼ ਮਾਈਨਸ ਕਰ ਦਈਏ ਅਗਰ ਉਹਦਾ ਟਰਾਂਸਪੋਜ਼ ਮਾਈਨਸ ਕਰ ਦਈਏ ਪਹਿਲਾਂ ਕਰੋ ट्रांसपोज ਇਹਦਾ ਰੋ ਨੂੰ ਕਾਲਮ ਚ ਰੋ ਨੂੰ
करो माइनस 1 ते 1 0 2 माइनस 3 3 माइनस 2 1 4 माइनस 4 0। अगर किसी मैट्रिक्स च ओदा ट्रांसपोज प्लस कर दिए तो वो की होंदी है सिमेट्रिक मैट्रिक्स। अगर ओदे विच ओदा ट्रांसपोज माइनस कर दिए तो वो की होंदी है स्क्यू सिमेट्रिक मैट्रिक्स। किसी मैट्रिक्स ओदा ट्रांसपोज प्लस कर दिए तो सिमेट्रिक, अगर किसी मैट्रिक्स ओदा ट्रांसपोज माइनस कर दिए तो वो की होंदी है सिमेट्रिक स्क्यू सिमेट्रिक। ए नहीं होनी स्क्यू सिमेट्रिक, ए जेड़ा रिजल्ट है 0 0 करके देखो, देखो डायगोनल एलिमेंट 0 है, ऑपोजिट साइन वाले है जिदा हमने यार समझाया। जरूरी तो नहीं ट्रांसपोज लेके देखना है, सीधा भी पता लगना, ठीक है कि नहीं। हाँ अगर पेपर के सामने बंदा शो करो सिमेट्रिक है कि स्क्यू सिमेट्रिक है, फिर आप ट्रांसपोज लेके ही करना है। ਇਹਦਾ मतलब ਐ हमेशा की होगी स्क्यू सिमेट्रिक। देख के पता लग गया। ए रिजल्ट है याद रखना, अगर किसी स्क्वायर मैट्रिक्स च स्क्वायर च रेक्टेंगल च नहीं स्क्वायर मैट्रिक्स च ओदा ट्रांसपोज प्लस कर दोगे तो की बन जाती है सिमेट्रिक। अगर ओदे च ओदा ट्रांसपोज माइनस कर दिए तो की बन जाती है स्क्यू सिमेट्रिक। ए याद रखना रिजल्ट। अच्छा एक चीज और याद रखना, अगर तुहाडे को एसिमेट्रिक है दूसरा रिजल्ट है याद रखना, अगर यह तुहाडे को सिमेट्रिक है लिख लेना पूरा। अगर यह तुहाडे को सिमेट्रिक मैट्रिक्स है, चलो मैं लव करके लिख देना, अगर यह तुहाडे को सिमेट्रिक है तो ਇਹਦੇ ਨਾਲ ਤੁਸੀਂ ਜਿਹੜਾ ਮਰਜ਼ੀ स्केलर मल्टीप्लाई कर दो चाहे डिवाइड कर दो, है ना, कोई भी है प्लस मल्टीप्लाई कर दो फिर भी की रहेगी सिमेट्रिक रहनी है। कोई भी स्केलर मल्टीप्लाई कर दो या डिवाइड कर दो तो रहनी है वो सिमेट्रिक की सिमेट्रिक ही रहनी है, उन्होंने कोई फर्क नहीं पैदा। उदा ही अगर a माइनस ए डैश नहीं इदा लिख लो, कोई भी स्केलर सिमेट्रिक कोई भी सिमेट्रिक मैट्रिक्स ले लो, जरूरी नहीं a प्लस ए डैश, जेडी मर्जी सिमेट्रिक मैट्रिक्स ले लो, अगर ਉਹਦੇ ਵਿੱਚ कोई स्केलर ਨਾਲ मल्टीप्लाई कर दोगे या डिवाइड कर दोगे तो वो रिजल्ट सिमेट्रिक का सिमेट्रिक ही रहना। अगर कोई भी स्क्यू सिमेट्रिक मैट्रिक्स है तो ਇਹਦੇ ਨਾਲ कोई भी स्केलर मल्टीप्लाई कर दो तो भी की रहेगी, जरूरी नहीं a माइनस ए डैश, कोई जेडी मर्जी स्क्यू सिमेट्रिक ले लो, ਉਹਨੂੰ ਜਿਹੜੇ मर्जी स्केलर ਨਾਲ मल्टीप्लाई कर लो चाहे डिवाइड कर लो, प्लस माइनस नहीं मल्टीप्लाई या डिवाइड करो तो वो की रहेगी फिर सिमेट्रिक ते स्क्यू सिमेट्रिक की रहेगी। अपना रिजल्ट वो तोड़ती नहीं है, अपना रिजल्ट होल्ड करते ही करती है सिमेट्रिक ते स्क्यू सिमेट्रिक मैट्रिक्स। ਇਹ ਦੋ चीज़ां क्यों क्या ਤੁਹਾਨੂੰ इस करके किया क्योंकि एक सम पाया होंगे कई बार इन्होंने बोर्ड च, कई बार 4 नंबर का पाया कई बार, है ना। अब एक स्टेटमेंट लिख देना, एक सम है एक्सप्रेस A as sum of symmetric and skew symmetric matrix। where A is equal to 4 5 6 minus 1 0 1 2 1 ਤੇ 2। ਇਹ ਤੁਹਾਡੇ ਵਿੱਚ ਸਮ ਹੈਗਾ, ਇਹ ਧਿਆਨ ਨਾਲ ਦੇਖਣਾ। ਕਹਿੰਦਾ ਇੱਕ ਮੈਟ੍ਰਿਕਸ ਹੈਗੀ ਹੈ, ਇਹ ਮੈਟ੍ਰਿਕਸ ਹੈਗੀ ਹੈ A, ਮੈਂ ਤੁਹਾਨੂੰ ਟ੍ਰਾਂਸਲੇਟ ਕਰ ਦੇਣਾ, मतलब ये ਇਹਦਾ ਹਿੰਦੀ ਚ ਮੈਥ ਚ ਵੀ ਇਹ ਤੁਹਾਨੂੰ ਮੈਟ੍ਰਿਕਸ ਹੈਗੀ ਹੈ A, एक्सप्रेस मतलब स्प्लिट करो तोड़ो, ए मैट्रिक्स ਨੂੰ एक्सप्रेस करो एज ए सम ऑफ सिमेट्रिक एंड स्क्यू सिमेट्रिक मैट्रिक्स। मतलब मैं रफ च लिख देना भी ਇਹ ਤੁਹਾਨੂੰ ए मैट्रिक्स है, ਇਹਨੂੰ ਇਦਾਂ ਤੋੜੋ, एक्सप्रेस लिखा है या स्प्लिट लिखा है, एक्सप्रेस लिखा है या स्प्लिट लिखा है, भी ਇਹਨੂੰ ਇਦਾਂ ਤੋੜੋ, दो हिस्से ਚ ਤੋੜो, समझ गया ना, दो हिस्से ਤੋੜो, एक की होए सिमेट्रिक ते एक की होए स्क्यू सिमेट्रिक, ते दोनों ਨੂੰ प्लस करिए ते की बन गए ए। ये तो सुनना भी ਇਹ ਤੁਹਾਨੂੰ मैट्रिक्स ए ਹੈਗੀ ਹੈ, ਇਹਨੂੰ ਇਦਾਂ ਦੋ ਹਿੱਸਿਆਂ ਚ ਤੋੜੋ, ਵੀ ਦੋਨਾਂ ਨੂੰ प्लस करिए ਤੇ ਫਿਰ ए ਹੀ ਬਣੇ, ਇਹਨੂੰ ਦੋ ਹਿੱਸਿਆਂ ਚ ਤੋੜੋ, ਇਹ ए मैट्रिक्स ਨੂੰ ਤੇ ए मैट्रिक्स ਵਾਲੀ ਵਾਲੀ, ਇਹ ए मैट्रिक्स ਹੈ, ਇਹਨੂੰ ਦੋ ਹਿੱਸਿਆਂ ਚ ਤੋੜੋ, ਇਦਾਂ ਤੋੜੋ
भी दोनों ਨੂੰ प्लस करिए तो फिर की बने, फिर ए ही बने, पर दोनों विचों एक की होए सिमेट्रिक ते एक की होए स्क्यू सिमेट्रिक। ਇਹ ਸਟੇਟਮੈਂਟ ਦਾ ਮਤਲਬ ਇਹ ਹੈ ਵੀ ਇਹ ਤੁਹਾਨੂੰ ਜਿਹੜੀ ਮੈਟ੍ਰਿਕਸ ਲੀਵਰ ਹੈਗੀ ਹਰ ਸਮ ਤੇ ਵੱਖਰੀ ਵੱਖਰੀ ਹੋਣੀ ਹੈ। ਇਹਨੂੰ ਦੋ ਹਿੱਸਿਆਂ 'ਚ ਤੋੜੋ, ਐਦਾਂ ਤੋੜੋ ਵੀ ਦੋਨਾਂ ਨੂੰ ਐਦੋਂ ਆਪਾਂ ਬਣਾਉਣੇ ਆ ਵੀ ਇਹ ਮੈਟ੍ਰਿਕਸ ਨੂੰ ਦੋ ਹਿੱਸਿਆਂ ਅੱਗੇ ਸਾਨੂੰ ਕੀ ਹੁੰਦਾ ਸੀ, ਸਾਨੂੰ ਮੈਟ੍ਰਿਕਸਾਂ ਦੋ ਦਿੱਤੀਆਂ ਹੁੰਦੀਆਂ ਪਲੱਸ ਕਰਕੇ ਲਿਖੋ। ਇਹਦੇ ਵਿੱਚ ਸਾਨੂੰ ਇੱਕ ਮੈਟ੍ਰਿਕਸ ਦਿੱਤੀ ਹੈ, ਕਹਿੰਦਾ ਇਹਨੂੰ ਦੋ ਹਿੱਸਿਆਂ 'ਚ ਤੋੜੋ, ਐਦਾਂ ਤੋੜੋ ਵੀ ਦੋਨਾਂ ਨੂੰ ਪਲੱਸ ਕਰੀਏ ਤੇ ਫਿਰ ਇਹੀ ਬਣੇ, ਦੋਨਾਂ ਨੂੰ ਪਲੱਸ ਕਰੀਏ ਤੇ ਫਿਰ ਇਹੀ ਬਣੇ, ਪਰ ਦੋਨਾਂ ਵਿੱਚੋਂ ਇੱਕ ਕੀ ਹੋਏ ਸਿਮੈਟ੍ਰਿਕ ਤੇ ਦੂਜੀ ਕੀ ਹੋਏ ਸਕਿਊ ਸਿਮੈਟ੍ਰਿਕ। ਇੱਕ ਕੀ ਹੋਏ ਸਿਮੈਟ੍ਰਿਕ ਤੇ ਦੂਜੀ ਕੀ ਹੋਏ ਸਕਿਊ ਸਿਮੈਟ੍ਰਿਕ। ਜਦੋਂ ਵੀ ਇਦਾਂ ਦਾ ਸਮ ਆਏਗਾ ਇਹ ਫਾਰਮੂਲਾ ਹੁੰਦਾ ਯਾਦ ਰੱਖਣਾ ਕਿੱਦਾਂ, ਜਿਹੜੀ ਚੀਜ਼ ਪਿੱਛੇ ਪੜੀ ਹੈ ਉਹ ਵੀ ਥੋੜਾ ਜਿਹਾ ਦਿਮਾਗ 'ਚ ਰੱਖਣਾ। ए है, ए है देखो ए प्लस ए डैश माइनस ए डैश प्लस ए, मैं सीधा ही लिख देना फार्मूला, हाफ ए प्लस ए डैश प्लस हाफ ए माइनस ए डैश। अच्छा जी मैं ए नूं इदां लिख ला कोई फर्क तो नहीं पिया, देखोगे सर फर्क तो पैना है कितों लिखता, तुसीं इहनूं ध्यान नाल सोल्व करो, ਆਪਾਂ ਸੋਲਵ ਨਹੀਂ ਕਰਨਾ, ਇਹ ਫਾਰਮੂਲਾ ਹੁੰਦਾ ਤੁਹਾਨੂੰ ਯਾਦ ਰੱਖਣਾ ਹੀ ਪੈਣਾ, ਪਰ ਐਦਾਂ ਹੀ ਕਹਿੰਦੇ ਆਪਾਂ ਸੋਲਵ ਕਰੋ। ਇਹ ਕੀ ਬਣ ਗਿਆ 1/2 a plus 1/2 a dash plus 1/2 a minus 1/2 a dash, ਇਹ 1/2 plus a dash ਹੈ ਮਾਈਨਸ ਕੱਟੇਗੇ, ਹਾਫ a ਤੇ ਹਾਫ a, ਇਹ ਕੀ ਬਣ ਗਿਆ ਹਾਫ a ਤੇ ਹਾਫ a ਕੀ ਬਣ ਗਿਆ ਫਿਰ a। ਇਹਦਾ ਮਤਲਬ ਜੇ ਮੈਂ a ਨੂੰ ਇਦਾਂ ਲਿਖਣਾ ਕੋਈ ਫਰਕ ਤਾਂ ਨਹੀਂ ਪਿਆ, ਹੈ ਤੇ ਇਹ ਵੀ ਸੋਲਵ ਕਰਕੇ ਕੀ ਬਣ ਗਿਆ ਸਾਰਾ a, ਸੋਲਵ ਕਰਕੇ ਕੀ ਬਣ ਗਿਆ ਸਾਰਾ ਫਿਰ a ਹੀ ਬਣਿਆ ਨਾ। ਫਾਰਮੂਲਾ ਗਏ, ਇਹ ਫਾਰਮੂਲਾ ਤੁਸੀਂ ਯਾਦ ਰੱਖਣਾ ਇਹਨੂੰ, ਜਦੋਂ ਵੀ ਉਹਨੇ ਕਿਹਾ ਹੋਏਗਾ ਕਿਸੇ ਮੈਟ੍ਰਿਕਸ ਨੂੰ ਸਪਲਿਟ ਕਰੋ ਜਾਂ ਐਕਸਪ੍ਰੈਸ ਕਰੋ ਦੋ ਹਿੱਸਿਆਂ 'ਚ, ਦੋਨਾਂ ਨੂੰ ਪਲੱਸ ਕਰੀਏ ਤੇ ਫਿਰ ਕੀ ਬਣੇ a, ਪਰ ਦੋਨਾਂ ਵਿੱਚੋਂ ਇੱਕ ਕੀ ਹੋਣੀ ਚਾਹੀਦੀ ਹੈ ਸਿਮੈਟ੍ਰਿਕ ਤੇ ਇੱਕ ਕੀ ਹੋਣੀ ਚਾਹੀਦੀ ਹੈ ਸਕਿਊ ਸਿਮੈਟ੍ਰਿਕ। ਮੈਂ ਦੇਖ ਲਿਆ ਰਾਈਟ ਹੈਂਡ ਸਾਈਡ ਸੋਲਵ ਕਰਕੇ ਤੇ ਫਿਰ ਇਹੀ ਬੰਦਾ, ਇਹਦਾ ਮਤਲਬ a ਨੂੰ ਮੈਂ ਇਦਾਂ ਲਿਖਣਾ ਕੋਈ ਫਰਕ ਨਹੀਂ ਪਿਆ, a ਨੂੰ ਜੇ ਇਦਾਂ ਲਿਖ ਲਈਏ ਕੋਈ ਫਰਕ ਨਹੀਂ ਪਿਆ। ਤੁਸੀਂ ਧਿਆਨ ਨਾਲ ਦੇਖਣਾ ਇਹ ਫਾਰਮੂਲਾ ਹੈ, ਇਦਾਂ ਹੀ ਕਿਉਂ ਲਿਖਿਆ ਕਿਉਂਕਿ ਆਪਾਂ ਹੁਣੇ ਪੜਿਆ a plus a dash ਕੀ ਹੁੰਦਾ ਸਿਮੈਟ੍ਰਿਕ, ਉਹ a plus a dash ਕੀ ਹੁੰਦਾ ਹੈ ਸਿਮੈਟ੍ਰਿਕ, ਤੇ a minus a dash ਕੀ ਹੁੰਦਾ ਹੈ ਸਕਿਊ ਸਿਮੈਟ੍ਰਿਕ। ਇਹ ਕੀ ਹੋ ਗਈ ਸਿਮੈਟ੍ਰਿਕ ਤੇ ਇਹ ਕੀ ਹੋ ਗਈ ਸਕਿਊ ਸਿਮੈਟ੍ਰਿਕ। ਹੁਣੇ ਪੜਿਆ ਕਿ ਨਹੀਂ ਪੜਿਆ ਵੀ ਕਿਸੇ ਮੈਟ੍ਰਿਕਸ ਦੇ ਵਿੱਚ ਵੀ ਉਹਦਾ ਟਰਾਂਸਪੋਜ਼ ਪਲੱਸ ਕਰੋਗੇ ਤੇ ਸਿਮੈਟ੍ਰਿਕ, ਉਹ ਮਾਈਨਸ ਕਰੋਗੇ ਤੇ ਸਕਿਊ ਸਿਮੈਟ੍ਰਿਕ। ਤੁਸੀਂ ਇੰਨੀਆਂ ਸਾਰੀਆਂ ਚੀਜ਼ਾਂ ਨਹੀਂ ਲਿਖਣੀਆਂ ਵਿੱਚ ਸਮ ਦੇ ਵਿੱਚ, ਇਹ ਸਮਝਾਉਣ ਵਾਸਤੇ ਹੈ ਨਾ, ਕਰਨਾ ਕਿੱਦਾਂ ਮੈਂ ਤੁਹਾਨੂੰ ਦੱਸਣਾ। ਜਦੋਂ ਵੀ ਉਹਨੇ ਕਿਹਾ ਹੈਗਾ a ਨੂੰ ਤੋੜੋ ਦੋ ਹਿੱਸਿਆਂ 'ਚ, ਇਹ ਇੰਗਲਿਸ਼ ਦਾ ਮਤਲਬ ਇਹੀ ਹੈ, ਐਕਸਪ੍ਰੈਸ ਕਰੋ ਸਪਲਿਟ ਕਰੋ a ਨੂੰ ਸਮ ਆਫ ਸਿਮੈਟ੍ਰਿਕ ਐਂਡ ਸਕਿਊ ਸਿਮੈਟ੍ਰਿਕ। a ਨੂੰ ਦੋ ਹਿੱਸਿਆਂ 'ਚ ਤੋੜੋ, ਇੱਕ ਕੀ ਹੋਏ ਸਿਮੈਟ੍ਰਿਕ ਤੇ ਇੱਕ ਕੀ ਹੋਏ ਸਕਿਊ ਸਿਮੈਟ੍ਰਿਕ। ਤੇ ਇਹ ਤੁਸੀਂ ਬਸ ਇਹ ਹੁਣ ਸਮ ਸੋਲੂਸ਼ਨ ਇਦਾਂ ਲਿਖਣਾ, ਤੁਸੀਂ ਪੇਪਰ 'ਚ ਸਮ ਆਏਗਾ ਇਦਾਂ ਸ਼ੁਰੂ ਕਰਨਾ, ਇਹ ਫਾਰਮੂਲਾ ਲਿਖ ਦੇਣਾ, ਇਹਨੂੰ ਨੰਬਰ 1 ਪਾ ਦਿਓ ਕਿਉਂਕਿ ਇਹ ਸੋਲਵ ਕਰਕੇ ਇਹੀ ਹੁੰਦਾ, ਤੁਹਾਨੂੰ ਸਮਝਾਤਾ ਹੈ। ਇਹ ਕੀ ਹੋਏਗੀ ਸਿਮੈਟ੍ਰਿਕ ਮੈਟ੍ਰਿਕਸ ਤੇ ਇਹ ਕੀ ਹੋਏਗੀ ਸਕਿਊ ਸਿਮੈਟ੍ਰਿਕ। ਜੇ ਥੱਲੇ ਲਿਖਣਾ ਥੋੜਾ ਜਿਹਾ ਤੇ ਮੈਂ ਲਿਖ ਦੇਣਾ, ਪਰ ਪੇਪਰ 'ਤੇ ਨਹੀਂ ਲਿਖ ਦੇਣਾ। ਇਹ ਸਿਮੈਟ੍ਰਿਕ ਹੈ ਤੇ ਇਹ ਕਿਹੜੀ ਆ ਗਈ ਸਕਿਊ ਸਿਮੈਟ੍ਰਿਕ ਹੈ ਨਾ, ਪੂਰਾ ਲਿਖ ਦਿਓ ਇਹ ਸਿਮੈਟ੍ਰਿਕ ਤੇ ਉਹ ਸਕਿਊ ਸਿਮੈਟ੍ਰਿਕ। ਇਹ ਤੋੜਤਾ a ਨੂੰ, ਹੁਣ ਤੁਸੀਂ ਕੀ ਕਰਨਾ ਹੈ ਇਹਦੀ ਵੈਲਿਊ ਕੱਢਣੀ ਹੈ a plus a dash ਦੀ a minus a dash ਦੀ, ਉਹਦਾ ਹਾਫ ਕਰ ਲਿਓ ਕਿਉਂਕਿ ਤੁਹਾਨੂੰ ਪਿੱਛੇ ਦੱਸਿਆ ਵੀ ਅਗਰ ਕੋਈ ਸਿਮੈਟ੍ਰਿਕ ਮੈਟ੍ਰਿਕਸ ਹੈ ਉਹਨੂੰ ਕਿਸੇ ਵੀ ਸਕੇਲ ਨਾਲ ਮਲਟੀਪਲਾਈ ਕਰ ਲਓ ਜਾਂ ਡਿਵਾਈਡ ਕਰ ਲਓ, ਉਹਨੂੰ ਕੋਈ ਫਰਕ ਨਹੀਂ ਪੈਂਦਾ, ਸਿਮੈਟ੍ਰਿਕ ਦੀ ਸਿਮੈਟ੍ਰਿਕ ਹੀ ਰਹਿਣੀ ਹੈ। ਇਸ ਕਰਕੇ ਅਗਰ a plus a dash ਸਿਮੈਟ੍ਰਿਕ ਹੈ ਤੇ 1/2 a plus a dash ਇਹ ਵੀ ਸਿਮੈਟ੍ਰਿਕ ਹੀ ਰਹਿਣੀ ਹੈ। ਅਗਰ ਇਹ ਸਕਿਊ ਸਿਮੈਟ੍ਰਿਕ ਹੈ ਤੇ 1/2 ਹਾਫ ਕਰਕੇ ਮਲਟੀਪਲਾਈ ਕਰ ਲੋਗੇ ਤੇ ਉਹ ਵੀ ਕੀ ਰਹਿਣੀ ਹੈ ਸਕਿਊ ਸਿਮੈਟ੍ਰਿਕ ਹੀ ਲੈਣੀ ਹੈ। ਹੁਣ ਇਹਨੂੰ ਸਪਲਿਟ ਕਰੋ, ਠੀਕ ਹੈ ਜੀ। ਆਪਾਂ ਬਸ ਇਹਦੇ ਵਿੱਚੋਂ ਇਹਦੀ ਵੈਲਿਊ ਨਿਕਾਲਣੀ ਹੈ, ਇਹਦੀ ਵੈਲਿਊ ਨਿਕਾਲਣੀ ਹੈ ਤੇ ਫਿਰ ਕੀ ਕਰ ਦੇਣਾ ਹੈ 1 ਦੇ ਵਿੱਚ ਪੁੱਟ ਕਰ ਦੇਣਾ। ਨਿਕਾਲੋ a plus a dash, a plus a dash, a कितना है 4 5 6 minus 1 0 1 2 1 2 plus a dash करो ट्रांसपोज ਇਹਦਾ ਰੋ ਨੂੰ ਕਾਲਮ ਚ, ਰੋ ਨੂੰ ਕਾਲਮ ਚ, ਰੋ ਨੂੰ ਕਾਲਮ ਚ, ਇਹ ਕੀ ਬਣ ਗਿਆ ਥੋੜਾ ਇੱਧਰ ਨਿਕਾਲ ਕੇ ਲਿਖ ਲਿਓ ਤਾਂ ਕਿ ਪੂਰਾ ਬੋਰਡ ਚ ਆ ਜਾਏ, ਹੈ ਨਾ। ਇਹ ਕਿੰਨਾ ਬਣ ਗਿਆ 8 5 minus 1 4 6 plus 2 8 4
0 2 6 2 8 1 1 2 2 जे 2 4 आगे बन गया तेरे को a प्लस ए डैश। पापा हाफ भी निकालना है, निकालो हाफ। चेक करो स्मिट, देखो चेक कर लो सिमेट्रिक बनती है ना, देखो 4 4 8 8 2 2 डायगोनल एलिमेंट जेडे मर्जी हो। हाँ सिमेट्रिक ਦੇ ਵਿੱਚ डायगोनल भाਵੇਂ 0 भी आए कोई फर्क नहीं बनता। डायगोनल सिमेट्रिक ਦੇ ਵਿੱਚ ਜਿਹੜੇ ਮਰਜੀ ਆ ਜਾਣ कोई फर्क नहीं बनता। स्क्यू सिमेट्रिक ਤੇ मस्ट बी 0 होनी चाहिए। ਆਪਾਂ जी बस वैल्यू निकालनी है, ਇਹਦੀ ਵੱਖਰੀ वैल्यू निकालनी है, ਇਹਦੀ ਵੱਖਰੀ वैल्यू निकालनी है, ਤੇ ਦੋਨਾਂ ਨੂੰ ਕਿਤੇ ਪੁੱਟ ਕਰ ਦੇਣਾ ਹੈ 1 ਚ। ਇਹ a plus a ਡੈਸ਼ ਆ ਗਿਆ। ਫਿਰ ਆਪਾਂ ਕੀ ਕਰਨਾ ਹੈ, ਹਾਫ a plus a ਡੈਸ਼। ਹਾਫ ਕਰੋ ਇਹਦਾ, ਜਿਹੜੇ ਹਾਫ ਕਰੋਗੇ 1/2 ਇਹ ਮੈਂ ਲਿਖਦਾ ਇਹਦਾ 1/2 ਇਹ ਕਿੰਨਾ ਆ ਗਿਆ ਅੰਦਰ ਸਾਰਾ। ਚਲੋ ਤੁਸੀਂ ਅਗਲੇ ਸਟੈਪ 'ਚ ਕਰ ਲਿਓ, ਮੈਂ ਇੱਥੇ ਹੀ ਕਰ ਲਗਾ। ਪਹਿਲਾਂ a plus a ਡੈਸ਼ ਕਰ ਲਿਆ, ਫਿਰ ਅਗਲੇ ਸਟੈਪ 'ਚ ਹਾਫ ਕਰਿਓ, अगले स्टेप च करियो हाफ। फिर सॉल्व करके कितना बन गया 1/2 अंदर सारे नाल होना। अब अपनी है स्केलर मल्टीप्लिकेशन 1/2 अंदर सारे नाल चला जाएगा। इतना जाएगा कितना इना 4 2 4 f कटिया गया 2 0। अगर नहीं कटिया जाता तो फ्रैक्शन च लिख दियो 1/2 4 1 2। ऐसा देखो की बन गई हाफ a प्लस a डैश। उदा ही हम केड़ी वैल्यू निकालनी है a माइनस a डैश दी। निकालो इत्थे a माइनस a डैश a फिर अही ए फार्मूला जिन्हों नंबर 1 पाया अपन ने पेपर का ना किते गोल गोल करके आयो। ठीक है जी, ए फार्मूला याद रखियो, जो भी उन्हें कहेगा सिमेट्रिक स्क्यू सिमेट्रिक च लिखो ते ए इतना ए सॉल्व करोगे फिर यही बंदे तुहानू मैं सॉल्व करके दस दूंगी। ए कितना आ गया 4 5 6 -1 0 1 -2 1 2 माइनस ट्रांसपोज करो 4 5 6 -1 0 1 2 1 2। अच्छा माइनस करियो a माइनस a डैश कितनी आ गई, करियो माइनस इनू 4 -4 0 5 प्लस 1 माइनस माइनस प्लस हो गई ना 6 6 -2 4 -6 0 0 -2 -6 4 माइनस ऐसे माइनस नहीं है -4 1 -1 0 2 -2 0। देखो डायगोनल एलिमेंट सेम है, वो डायगोनल एलिमेंट सेम है। एस 6 आ गया माइनस विद ऑपोजिट साइन, 0 है 0 पॉजिटिव नेगेटिव 0 0 नहीं, कोई फर्क नहीं। ए की आ गया था देखो a माइनस a डैश, आई निकाल लिया। ठीक है जी, इस तो अगले स्टेप तुम की करना है, आप आगे निकालना है हाफ a माइनस a डैश। हाफ इत्थे कर दो, तुसी अगले स्टेप च कर दियो। देखो बोर्ड छोटा होना, ए हाफ इधर आ गया, हाफ इधर आ गया, करो हाफ इनू। जिले हाफ करोगे हाफ अंदर सारे ना डिवाइड हो जाना है, जिले सारे ना डिवाइड करोगे 2 ना डिवाइड करोगे 0 ना डिवाइड करोगे 2 3 2 ऐसे ना करोगे -3 0 0 -2 0 ते 0। ऐसा देखो किहदी वैल्यू आ गई है हाफ a माइनस a डैश। इस तो बाद तुम की करना है, मैं इत्थे रब कर देना है ना। ਇਹ ਦੋਨਾਂ ਦੀ ਵੈਲਿਊ ਕਿਹਦੇ ਚ ਪੁੱਟ ਕਰ ਦੇਣੀ ਹੈ, ਪੁੱਟ ਆਲ ਵੈਲਿਊਜ਼ ਇਨ 1 ਦੇ ਵਿੱਚ ਪੁੱਟ ਕਰ ਦੇਣੀ ਹੈ। ਇਹਦਾ ਮਤਲਬ a ਕਿਹਦੇ ਇਕੁਅਲ ਆ ਗਿਆ, ਇਹਦੀ ਵੈਲਿਊ ਕਿੰਨੀ ਸੀ, ਅੱਛਾ a ਦੀ ਵੈਲਿਊ ਵੀ ਬੇਸ਼ੱਕ ਭਾਵੇਂ ਪੁੱਟ ਕਰ ਲਿਓ, ਲੈਫਟ ਹੈਂਡ ਸਾਈਡ ਤੇ ਜਿਹੜਾ a ਨਾ ਇਹਦੀ ਵੈਲਿਊ ਪੁੱਟ ਕਰ ਲਿਓ ਕੀ ਸੀ 4 5 6 -1 0 1 2 1 ਤੇ 2। ਇਹਦੀ ਵੈਲਿਊ ਕਿੰਨੀ ਆ ਗਈ 4 2 1 2 0 1 4 1 ਤੇ 2 4 2 4 सॉरी 2 0 1 फिर प्लस
0 3 2 माइनस 3 0 0 माइनस 2 0 0 ਐਲ ਠੀਕ ਹੈ। ਇਹ ਡਾਇਗਨਲ ਐਲੀਮੈਂਟ 0 ਹੈ, ਇੱਥੇ ਕੁਝ ਵੀ ਆ ਸਕਦਾ, ਕੋਈ ਫਰਕ ਨਹੀਂ ਪੈਂਦਾ। ਇੱਥੇ ਆਣਾ ਦੇਖੋ, ਇਹ ਰੱਬ ਕਰਨ ਲੱਗਾ ਹੁਣ ਮੈਂ, ਸਾਨੂੰ ਸਟਾਰਟਿੰਗ ਤੇ ਕੀ ਦਿੱਤਾ ਸੀ, ਇੱਥੋਂ ਸ਼ੁਰੂ ਕਰੋ। ਉਹਨੇ ਕਿਹਾ ਸੀ ਸਪਲਿਟ ਕਰੋ A ਨੂੰ ਦੋ ਹਿੱਸਿਆਂ 'ਚ, ਇੱਕ ਕੀ ਹੋਏ ਸਿਮੈਟ੍ਰਿਕ ਤੇ ਇੱਕ ਕੀ ਹੋਏ ਸਕਿਊ ਸਿਮੈਟ੍ਰਿਕ। ਇਹ ਮੈਂ ਤੁਹਾਨੂੰ ਕਿਹਾ ਸੀ ਫਾਰਮੂਲਾ ਹੁੰਦਾ, ਯਾਦ ਰੱਖਿਓ। ਜਦੋਂ ਵੀ ਉਹਨੇ ਇਦਾਂ ਦੇ ਸਮ ਪਾਏ ਹੋਣਗੇ, ਪਾਏ ਦੇ ਵੀ ਆ ਪੇਪਰ ਤੇ, ਧਿਆਨ ਰੱਖਣਾ ਵੀ ਜਦੋਂ ਵੀ ਉਹਨੇ ਕਹੇਗਾ ਇੱਕ ਮੈਟ੍ਰਿਕਸ ਨੂੰ ਤੋੜੋ ਸਿਮੈਟ੍ਰਿਕ ਤੇ ਸਕਿਊ ਸਿਮੈਟ੍ਰਿਕ, ਤੁਸੀਂ ਇਹ ਫਾਰਮੂਲਾ ਯਾਦ ਰੱਖਣਾ, ਹਾਫ A ਪਲੱਸ A ਡੈਸ਼ ਹਾਫ A ਮਾਈਨਸ A ਡੈਸ਼। ਕਿਉਂ ਲਿਖਿਆ ਤੁਹਾਨੂੰ ਸਟਾਰਟਿੰਗ ਤੇ ਦੱਸਿਆ ਸੀ ਸਮ ਦੀ ਵੀ ਇਹ ਜਿਹੜੇ ਤੁਸੀਂ ਸੋਲਵ ਕਰੋਗੇ, ਇਹ ਕੱਟ ਕੇ ਵੀ ਸੋਲਵ ਕਰੋਗੇ, ਇਹ ਹੀ ਬਣ ਜਾਂਦਾ ਹੈ ਨਾ। ਇਸ ਕਰਕੇ A ਨੂੰ ਇਦਾਂ ਵੀ ਲਿਖ ਲਓ ਤੇ ਕੋਈ ਫਰਕ ਨਹੀਂ ਪੈਂਦਾ, ਇਹ ਵੀ ਸੋਲਵ ਕਰੋਗੇ ਤੇ A ਹੀ ਬਣਦਾ। ਪਰ ਇਹਨੂੰ ਇਦਾਂ ਲਿਖਣ ਨਾਲ ਸਾਡੇ ਕੋਲ ਕੀ ਹੋ ਗਿਆ ਵੀ ਇੱਕ ਕੀ ਹੋ ਗਈ ਸਿਮੈਟ੍ਰਿਕ ਤੇ ਇੱਕ ਕੀ ਹੋ ਗਈ ਸਕਿਊ ਸਿਮੈਟ੍ਰਿਕ ਆ ਗਿਆ। ਬਸ ਫਿਰ ਇਹਦੇ ਵਿੱਚੋਂ ਤੁਸੀਂ ਅੱਗੇ ਵੈਲਿਊ ਕੱਢਣੀ ਹੈ, ਇਹਦੀ ਵੈਲਿਊ ਵੱਖਰੀ ਸੋਲਵ ਕਰ ਲਿਓ, ਇਹਦੀ ਵੈਲਿਊ ਵੱਖਰੀ ਸੋਲਵ ਕਰ ਲਿਓ, ਸੋਲਵ ਕਰਕੇ ਇਹ 'ਚ ਪੁੱਟ ਕਰ ਦੇਣੀ ਹੈ ਪਾਸ। ਅੱਛਾ ਫਿਰ ਇਹਨੂੰ ਪਲੱਸ ਨਹੀਂ ਕਰਨਾ, ਜੇ ਪਲੱਸ ਕਰੋਗੇ ਉਹ ਤਾਂ ਫਿਰ ਇਹੀ ਬਣ ਜਾਣਾ ਹੈ ਨਾ। ਉਹਦਾ ਚੈੱਕ ਕਰਨਾ ਹੈ, ਆਨਸਰ ਚੈੱਕ ਕਰਨ ਵਾਸਤੇ ਕਰ ਲਿਓ ਰਫ 'ਚ, ਪਰ ਆਨਸਰ ਇੱਥੇ ਛੱਡ ਦੇਣਾ ਬਸ। ਤੇ ਦੇਖੋ ਇਹਦਾ ਮਤਲਬ ਹੈ, ਰੱਬ ਕਰ ਦੇਣਾ ਹੁਣ ਮੈਂ, ਇਹਦਾ ਮਤਲਬ ਜੋ ਸਾਨੂੰ ਪੁੱਛਿਆ ਸੀ ਆਪਾਂ ਨੇ ਉਹ ਸੋਲਵ ਕਰਤਾ, ਇਹ ਸੋਲਵ ਹੋ ਗਿਆ ਵੀ A ਮੈਟ੍ਰਿਕਸ ਸੀ, ਉਹਨੂੰ ਦੋ ਹਿੱਸਿਆਂ 'ਚ ਤੋੜਤਾ, ਇੱਕ ਕੀ ਹੈ ਸਿਮੈਟ੍ਰਿਕ ਤੇ ਇੱਕ ਕੀ ਹੈ ਸਕਿਊ ਸਿਮੈਟ੍ਰਿਕ। ਇੱਥੇ ਖਤਮ ਹੋਈ ਨਾ, ਇਹਨੂੰ ਅੱਗੇ ਪਲੱਸ ਕਰਨ ਦੀ ਲੋੜ ਨਹੀਂ। ਇਹ ਤੁਹਾਡੇ ਕੋਲ ਸਮ ਹੋ ਗਈ ਤੁਹਾਡੀ ਡੀ ਐਕਸਰਸਾਈਜ਼ ਸਿਮੈਟ੍ਰਿਕ ਤੇ ਸਕਿਊ ਸਿਮੈਟ੍ਰਿਕ। ਥੈਂਕ ਯੂ ਬੇਟਾ।